देश दुनिया की हर वड्डी खबर ਦੇ ਲਈ ਹੁਣੇ डाउनलोड करो नंबर 1 न्यूज़ ऐप दैनिक सवेरा टाइम्स। ਸੋ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਬਬਿਤਾ। ਅਸੀਂ ਤੁਹਾਨੂੰ ਦੱਸ ਦਈਏ ਕਿ ਗੁਜ਼ਰ ਰਹੇ ਸੀ ਅਸੀਂ ਨਵਾਂ ਸ਼ਹਿਰ ਦੇ ਵਿੱਚ ਆਏ ਹਾਂ ਕੁਝ ਕਵਰੇਜ ਲਈ। ਰਸਤੇ 'ਚ ਅਸੀਂ ਰੁਕੇ, ਰਸਤੇ 'ਚ ਵੇਖਿਆ ਕਿ ਸਾਨੂੰ ਇੱਕ ਬੜੀ ਵਧੀਆ ਚੀਜ਼ ਦੇਖਣ ਨੂੰ ਮਿਲੀ। ਸੋ ਤੁਹਾਨੂੰ ਵੀ ਦਿਖਾ ਦਿੰਨੇ ਆ। ਸੋ ਵੇਖ ਸਕਦੇ ਹੋ ਤੁਸੀਂ ਇੱਕ ਚਾਹ ਦੀ ਦੁਕਾਨ ਦੇ ਬਾਹਰ ਇੱਕ ਛੋਟਾ ਜਿਹਾ ਬੋਰਡ ਲੱਗਿਆ ਹੋਇਆ ਜਿੱਥੇ ਕਿ ਲਿਖਿਆ ਹੋਇਆ ਖੇਤੀ ਕਾਨੂੰਨ ਰੱਦ ਕਰੋ, ਅਸੀਂ ਕਿਸਾਨਾਂ ਦੇ ਨਾਲ ਹਾਂ। ਇਹ ਦਿਖਾਉਣ ਦਾ ਮਤਲਬ ਇਹ ਹੈ ਕਿ ਜਨੂਨ ਦੇਖੋ ਤੁਸੀਂ ਕਿ ਇੱਕ ਚਾਹ ਵਾਲੇ ਦੇ ਵੀ ਦਿਲ ਵਿੱਚ ਕਿਸਾਨ ਦੇ ਪ੍ਰਤੀ ਕਿੰਨਾ ਤੁਸੀਂ ਦੇਖ ਸਕਦੇ ਹੋ ਕਿ ਪਿਆਰ ਆ, ਕਹਿ ਲਓ ਜਨੂਨ ਆ ਕਿ ਉਹ ਵੀ ਕਿਸਾਨਾਂ ਦੇ ਨਾਲ ਆ। ਔਰ ਉਹਨੇ ਇਹ ਨਹੀਂ ਦੇਖਿਆ ਕਿ ਮੇਰੀ ਦੁਕਾਨ ਵੱਡੀ ਹੈ ਜਾਂ ਛੋਟੀ ਆ, ਮੈਂ ਦਿੱਲੀ ਨਹੀਂ ਬੈਠਾ ਲੇਕਿਨ ਫਿਰ ਵੀ ਇੱਥੇ ਬਹਿ ਕੇ ਵੀ ਮੈਂ ਕਿਸਾਨ ਦੇ ਨਾਲ ਆ। ਸੋ ਜ਼ਰੂਰ ਗੱਲ ਕਰਾਂਗੇ। ਭਾਈ ਸਾਹਿਬ ਆਪ ਤੁਸੀਂ ਇਹ ਬੋਰਡ ਲਗਾਇਆ ਹੋਇਆ ਕੀ ਸੋਚ ਕੇ ਲਗਾਇਆ ਹੋਇਆ ਛੋਟਾ ਜਿਹਾ? ਅਸੀਂ ਇਹ ਸੋਚ ਕੇ ਲਾਇਆ ਜੀ ਅਸੀਂ ਕਿਸਾਨਾਂ ਦੇ ਨਾਲ ਹੈ ਤੇ ਜੇ ਉਹੀ ਨਾ ਰਹੇ ਤੇ ਫਿਰ ਅਸੀਂ ਕਿੱਦਾਂ ਰਵਾਂਗੇ? ਅਗਰ ਉਹ ਖੇਤੀ ਕਰਦੇ ਤਾਂ ਹੀ ਅਸੀਂ ਖਾਣੇ ਪੀਣੇ। ਤੇ ਤੁਸੀਂ ਕਿਸਾਨ ਹੋ? ਨਹੀਂ ਅਸੀਂ ਕਿਸਾਨ ਨਹੀਂ ਹੈ ਨਹੀਂ, ਪਰ ਅਸੀਂ ਉਹਨਾਂ ਦੇ ਨਾਲ ਹੀ ਹਾਂ। ਅੱਛਾ, ਤੇ ਦਿੱਲੀ ਨਹੀਂ ਗਏ ਤੁਸੀਂ? ਇੱਥੇ ਹੀ ਮਤਲਬ ਤੁਸੀਂ ਜਤਾ ਰਹੇ ਹੋ ਕਿ ਮੈਂ ਅਸੀਂ ਫਿਰ ਵੀ ਨਾਲ ਆ, ਅਸੀਂ ਦਿੱਲੀ ਨਹੀਂ ਗਏ? ਹਾਂਜੀ, ਕਿਉਂ ਦਿੱਲੀ ਨਹੀਂ ਜਾ ਸਕਦਾ ਮੈਂ ਜੀ, ਇਕੱਲਾ ਆ ਮੈਂ, ਇਸ ਕਰਕੇ ਮੈਂ ਇੱਥੇ ਆਪਣੇ ਨਾਲ ਉਹਨਾਂ ਦੇ ਸਹਿਯੋਗ ਦੇ ਰਿਹਾ। ਅੱਛਾ, ਹਾਂਜੀ। ਪਰ ਉੱਥੇ ਤਾਂ ਕਈ ਅਫਵਾਹਾਂ ਫੈਲਾਉਂਦੇ ਆ ਕਿ ਇਹ ਅੱਤਵਾਦੀ ਨੇ, ਛੱਡੋ ਹੁਣ, ਕਿਉਂ ਟਾਈਮ ਵੇਸਟ ਕਰ ਰਹੇ ਹੋ। ਕਈ ਲੋਕ ਇਹੋ ਜਿਹੀਆਂ ਵੀ ਅਫਵਾਹਾਂ ਉੱਥੇ ਫੈਲਾ ਰਹੇ ਆ। ਬਿਲਕੁਲ ਗਲਤ ਫੈਲਾ ਰਹੇ ਜੀ, ਗਲਤ ਅਫਵਾਹਾਂ, ਇਹ ਅਫਵਾਹਾਂ ਨਹੀਂ ਹੈ। ਇੱਥੇ ਦੇ ਜਿੰਨੇ ਵੀ ਬੰਦੇ ਉੱਥੇ ਗਏ ਉਹਨਾਂ ਨੂੰ ਕਿੱਥੋਂ ਇਹ ਅੱਤਵਾਦੀ ਲੱਗਦੇ ਆ? ਕੋਈ ਕਿਸਾਨ ਆ, ਉਹ ਸ਼ਕਲ ਲੱਗਦੀ ਉਹਨਾਂ ਦੀ ਵੀ ਅੱਤਵਾਦੀਆਂ ਵਰਗੀ। ਬਹੁਤ ਹੀ ਵਧੀਆ ਬੰਦੇ ਆ ਕਿਸਾਨ ਜਿਹੜੇ ਖੇਤੀ ਕਰਦੇ ਆ। ਕਹਿਣ ਦਾ ਮਤਲਬ ਮੋਦੀ ਨੂੰ ਗੱਲ ਮੰਨ ਲੈਣੀ ਚਾਹੀਦੀ ਕਿਸਾਨ? ਬਿਲਕੁਲ ਬਿਲਕੁਲ ਮੰਨਣੀ ਚਾਹੀਦੀ ਹੈ। ਕਾਨੂੰਨ ਜਿਹੜੇ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਹੈ। ਜੋ ਇਹ ਮੰਗਦੇ ਇਹਨਾਂ ਦੀ ਮੰਗ ਪੂਰੀ ਹੋਣੀ ਚਾਹੀਦੀ। ਸੋ ਵੇਖਿਆ ਤੁਸੀਂ ਕਿ ਜਨੂਨ ਕਹਿ ਸਕਦੇ ਹੋ ਇਹ ਕਿ ਇੱਕ ਚਾਹ ਵਾਲੇ ਭਾਈ ਸਾਹਿਬ ਨੇ ਇਹ ਕਹਿਤਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਦਿੱਲੀ ਨਹੀਂ ਜਾ ਸਕਦੇ ਕਿਸੇ ਕਾਰਨ ਵਰਸ਼, ਕਿਸੇ ਮਜਬੂਰੀ ਵਰਸ਼, ਤੇ ਲੇਕਿਨ ਫਿਰ ਵੀ ਇੱਥੇ ਰਹਿ ਕੇ ਵੀ ਅਸੀਂ ਇਹ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਿਸਾਨ ਦੇ ਨਾਲ ਹਾਂ। ਸੋ ਚਾਹ ਅਸੀਂ ਵੀ ਰਸਤੇ 'ਚ ਰੁਕਦੇ ਰੁਕਦੇ ਜਦੋਂ ਪੀਣ ਲੱਗੇ ਤਾਂ ਸਾਨੂੰ ਇਹ ਦੇਖਣ ਨੂੰ ਮਿਲਿਆ। ਸੋ ਨਾਲ ਹੀ ਕੁਝ ਇੱਥੇ ਹੋਰ ਵੀ ਲੋਕ ਬੈਠੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਠੰਡ ਦਾ ਮੌਸਮ ਹੈ, ਇਕੱਠੇ ਹੁੰਦੇ ਨੇ ਔਰ ਧੁੱਪ ਵੀ ਅੱਜ ਵਾਹਵਾ ਵਧੀਆ ਨਿਕਲੀ ਹੋਈ ਹੈ। ਔਰ ਨਾਲ ਹੀ ਨਾਲ ਗੱਲ ਜ਼ਰੂਰ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਲੱਗਦਾ ਆ ਕਿ ਜਿਹੜੇ ਖੇਤੀ ਕਾਨੂੰਨ ਆ ਉਹ ਵਾਪਸ ਲੈ ਲੈਣੇ ਚਾਹੀਦੇ ਆ ਮੋਦੀ ਨੂੰ? ਬਿਲਕੁਲ ਵਾਪਸ ਲੈ ਲੈਣੇ ਚਾਹੀਦੇ ਆ। ਜਦੋਂ ਜਿਹੜੇ ਕਾਨੂੰਨ ਜੇ ਐਮਐਸਪੀ ਕਾਨੂੰਨ ਦੇ ਵਿੱਚ ਉਹ ਲਾਗੂ ਨਹੀਂ ਕਰਦੇ, ਐਮਐਸਪੀ ਉਹਦੇ ਵਿੱਚ ਕਾਨੂੰਨ ਦੇ ਵਿੱਚ ਨਹੀਂ ਲਿਖਦੇ, ਤਾਂ ਕਿਸਾਨ ਦਾ ਹਾਲ ਉਹੀ ਹੋ ਜਾਣਾ ਵੀ ਵਪਾਰੀ ਆਪਣੀ ਮਰਜ਼ੀ ਦੇ ਨਾਲ ਹੀ ਆਪਣੇ ਰੇਟ ਦੇ ਨਾਲ ਹੀ ਉਹ ਕਿਸਾਨਾਂ ਤੋਂ ਫਸਲ ਖਰੀਦੂਗਾ। ਮੰਨ ਲਓ ਮੰਡੀਆਂ ਦੇ ਵਿੱਚ ਫਸਲ ਪਈ ਆ, ਵਪਾਰੀ ਆਉਂਦਾ, ਵਪਾਰੀ ਕਹੂਗਾ ਮੈਂ ਤਾਂ ਤੇਰੀ ਕਣਕ 12 ਰੁਪਏ ਨੂੰ ਖਰੀਦਾਂ ਜਾਂ 13 ਨੂੰ ਖਰੀਦਾਂ, ਤੂੰ ਦੇਣੀ ਆ ਕਿ ਨਹੀਂ ਦੇਣੀ। ਜਿਹੜਾ ਇੱਕ 2-2 2.5 ਖੇਤਾਂ ਵਾਲਾ ਕਿਸਾਨ ਵਾ ਉਹ ਪਹਿਲਾਂ ਤਾਂ ਕਿਸੇ ਦਾ ਟਰੈਕਟਰ ਲੈ ਕੇ ਉਹ ਟਰਾਲੀ ਕਿਰਾਏ ਤੇ ਲੈ ਕੇ ਮੰਡੀ 'ਚ ਲੈ ਕੇ ਆਉਂਦਾ, ਫਿਰ ਉਹ ਆਪਣੀ ਜਿਹੜੀ ਕਣਕ ਨੂੰ ਕਿੱਥੇ ਚੱਕ ਕੇ ਲਿਜਾਊਗਾ, ਕਿੱਥੇ ਵੇਚੂਗਾ? ਉਹਨੂੰ ਮਜਬੂਰਨ ਉਹ ਜਿਹੜੀ ਆ ਫਸਲ ਵਾ ਉਹ ਵਪਾਰੀ ਨੂੰ ਦੇਣੀ ਪੈਣੀ ਆ। ਜਿਹੜਾ ਕਿਸਾਨ ਆ ਬਿਲਕੁਲ ਥੱਲੇ ਲੱਗ ਜਾਣਾ, ਕਿਉਂਕਿ ਉਹਦੀ ਜਿਹੜੀ ਲਾਗਤ ਵੀ ਪੂਰੀ ਨਹੀਂ ਹੋਣੀ। ਇਸ ਕਰਕੇ ਐਮਐਸਪੀ ਵੀ ਕਾਨੂੰਨ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਬਾਕੀ ਜਿਹੜੇ ਕਾਨੂੰਨ ਆ ਇਹ ਸਾਰੇ ਇਹਨਾਂ ਨੂੰ ਕੈਂਸਲ ਕਰ ਦੇਣਾ ਚਾਹੀਦਾ। ਜਦੋਂ ਆਪਾਂ ਕਹਿੰਦੇ ਆ ਵੀ ਆਪਾਂ ਬਣੇ ਹੀ ਲੋਕਾਂ ਲਈ ਆ, ਆਪਾਂ ਕਿਸਾਨਾਂ ਲਈ, ਆਪਾਂ ਲੋਕਾਂ ਲਈ ਕੰਮ ਕਰਨਾ, ਤਾਂ ਫਿਰ ਆਪਾਂ ਲੋਕਾਂ ਲਈ ਕੰਮ ਕਿਉਂ ਨਹੀਂ ਕਰਦੇ? ਜਦੋਂ ਤੁਹਾਨੂੰ ਕਰੋੜਾਂ ਹੀ ਬੰਦਾ ਕਹਿ ਰਿਹਾ ਕਿ ਕਾਨੂੰਨ ਨੂੰ ਵਾਪਸ ਲਓ, ਤੇ ਤੁਸੀਂ ਕਿਉਂ ਆਪਣੀ ਜਿੱਤ ਤੇ ਅੜੇ ਹੋਏ ਆ? ਕਿਉਂ ਤੁਸੀਂ ਉਹ ਵੱਡੇ ਜਿਹੜੇ ਘਰਾਣੇ ਆ ਉਹਨਾਂ ਲਈ ਕੰਮ ਕਰ ਰਹੇ ਆ? ਤੁਸੀਂ ਲੋਕਾਂ ਲਈ ਕੰਮ ਨਹੀਂ ਕਰ ਰਹੇ, ਤੁਸੀਂ ਵੱਡੇ ਘਰਾਣਿਆਂ ਲਈ ਕੰਮ ਕਰ ਰਹੇ ਆ। ਤੁਸੀਂ ਕਿਸਾਨਾਂ ਲਈ ਕੰਮ ਨਹੀਂ, ਤੁਸੀਂ ਮਜ਼ਦੂਰਾਂ ਲਈ ਕੰਮ ਨਹੀਂ ਕਰ ਰਹੇ। ਤੁਸੀਂ ਇਹਨਾਂ ਦਾ ਰੋਜ਼ਗਾਰ ਖੋ ਰਹੇ ਆ, ਤੁਸੀਂ ਇਹਨਾਂ ਨੂੰ ਪੈਸੇ ਲਈ ਮੁਹਤਾਜ ਕਰ ਰਹੇ ਆ। ਤੁਸੀਂ ਇਹਨਾਂ ਨੂੰ ਉਹਨਾਂ ਦੇ ਗੁਲਾਮ ਬਣਾ ਦੇਣਾ, ਜਿੱਦਾਂ ਪਹਿਲਾਂ ਗੁਲਾਮ ਬਣੇ ਸੀ। ਮੇਰਾ ਖਿਆਲ ਹੈ ਇਸੇ ਤਰ੍ਹਾਂ ਵੱਡੇ ਘਰਾਣਿਆਂ ਦੇ ਇਹ ਜਿਹੜੇ ਕਿਸਾਨ ਵੀ ਗੁਲਾਮ ਬਣ ਜਾਓਗੇ। ਦਿੱਕਤ ਕਿੱਥੇ ਆ ਰਹੀ ਹੈ ਕਿ ਕੇਂਦਰ ਸਰਕਾਰ ਕਿਉਂ ਨਹੀਂ ਮੰਨ ਰਹੀ? ਕੀ ਲੱਗਦਾ ਹੈ ਕਿ ਸਾਡੇ ਉੱਥੇ ਇੰਨਾ 22 ਦਿਨ ਹੋ ਚੁੱਕੇ ਆ ਸਾਡੇ ਕਿਸਾਨ ਭਰਾਵਾਂ ਨੂੰ ਉੱਥੇ ਬੈਠੇ ਹੋਏ ਬਾਰਡਰਾਂ ਤੇ, ਇੰਨੀਆਂ ਦਿੱਕਤਾਂ ਆ ਰਹੀਆਂ, ਸ਼ਹੀਦ ਇੰਨੇ ਜ਼ਿਆਦਾ ਹੋ ਚੁੱਕੇ ਨੇ, ਫਿਰ ਵੀ ਮੋਦੀ ਸਰਕਾਰ ਨਹੀਂ ਮੰਨ ਰਹੀ? ਕੀ ਕਹਿਣਾ ਕਿ ਦਿੱਕਤ ਕਿੱਥੇ ਆ ਰਹੀ, ਉਹਨੂੰ ਪ੍ਰੋਬਲਮ ਕੀ ਹੈ? ਦਿੱਕਤ ਇਹ ਹੈ ਜੀ ਉਹਨੂੰ ਕਿ ਜਿਹੜਾ ਉਹਨੇ ਅਮਾਨੀਆਂ ਅਡਾਨੀਆਂ ਦੇ ਨਾਲ ਕਰਾਰ ਕੀਤੇ ਹੋਏ ਆ, ਜਿਹੜੇ ਉਹਨਾਂ ਤੋਂ ਫਾਇਦੇ ਲੈਂਦੇ ਆ ਇਹ ਜਿਹੜੇ ਸਰਕਾਰਾਂ ਆ, ਇਹ ਹੁਣ ਉਹਨਾਂ ਦੀ ਗੱਲ ਮੰਨਣ ਕਿ ਕਿਸਾਨਾਂ ਦੀ ਗੱਲ ਮੰਨਣ? ਜੇ ਇਹ ਕਿਸਾਨਾਂ ਦੀ ਗੱਲ ਮੰਨਦੇ ਆ ਤਾਂ ਉਹਨਾਂ ਨੇ ਇਹਨਾਂ ਦਾ ਗਲ ਘੁੱਟ ਦੇਣਾ। ਇਸ ਕਰਕੇ ਇਹ ਇਸੇ ਦੁਆ ਥੱਲੇ ਆਉਂਦੇ ਆ ਬਈ ਸਾਨੂੰ ਉਹ ਜਿਹੜੇ ਘਰਾਣੇ ਰੱਖਣੇ ਜ਼ਰੂਰੀ ਆ, ਇਹ ਕਿਸਾਨ ਬੇਸ਼ੱਕ ਮਰ ਜਾਣ। ਇਸ ਕਰਕੇ ਅਸੀਂ ਇਹ ਚਾਹੁੰਦੇ ਆ ਬਈ ਜਿਹੜਾ ਆ ਕਿਸਾਨਾਂ ਨੂੰ ਪੱਲੇ ਰੱਖੇ, ਕਰੋੜਾਂ ਹੀ ਬੰਦਾ ਜਿਹੜਾ ਆ ਉਹਨਾਂ ਨੂੰ ਪੱਲੇ ਰੱਖੇ, ਨਾ ਕਿ ਉਹ ਜਿਹੜੇ 5-7-10 ਬੰਦੇ ਉਹਨਾਂ ਨੂੰ ਪੱਲੇ ਰੱਖੇ। ਬਿਲਕੁਲ, ਖੇਤ ਸਾਡੇ, ਜ਼ਮੀਨ ਸਾਡੀ, ਮਿਹਨਤ ਅਸੀਂ ਕਰਦੇ ਹਾਂ,
ਸਾਰਾ ਦਿਨ ਪੂਰਾ ਸਾਲ ਬਿਜਾਈ ਅਸੀਂ ਕਰਦੇ ਹਾਂ, ਕਟਾਈ ਅਸੀਂ ਕਰਦੇ ਹਾਂ, ਫਿਰ ਵੀ ਸਾਨੂੰ MSP ਜਿਹੜੀ ਆ ਉਹ ਨਹੀਂ ਮਿਲ ਰਹੀ। ਇਹ ਪਹਿਲਾਂ ਜਿਹੜੀ ਪੰਜਾਬ ਤੇ ਹਰਿਆਣੇ ਨੂੰ MSP ਮਿਲਦੀ ਸੀ, ਕਿਉਂਕਿ ਕ੍ਰਿਸ਼ੀ ਪ੍ਰਧਾਨ ਰਾਜ ਇਹੀ ਸੀਗੇ, ਇੱਥੋਂ ਹੀ 70% ਤੱਕ ਵੀ ਇੱਥੋਂ ਪਹਿਲਾਂ ਜਾਂਦਾ ਰਿਹਾ, ਤੇ ਹੁਣ ਚਲੋ ਘਟ ਕੇ 50% ਤੇ ਆ ਗਿਆ। ਬਿਹਾਰ ਤੇ ਯੂਪੀ ਦੇ ਵਿੱਚ ਜਿਹੜੇ 10-10 ਖੇਤ ਵਾਲੇ ਲੋਕ ਆ, ਉਹ ਜਿਹੜੇ ਆ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਬਾਕੀ ਸਟੇਟਾਂ ਦੇ ਵਿੱਚ ਜਾ ਕੇ ਉਹਨਾਂ ਨੂੰ 10-10 ਖੇਤਾਂ ਵਾਲਿਆਂ ਨੂੰ ਦਿਹਾੜੀ ਕਰਨੀ ਪੈਂਦੀ ਆ। ਉਹ ਇਸੇ ਕਰਕੇ ਕਰਨੀ ਪੈਂਦੀ ਆ ਕਿ ਕਿਉਂਕਿ ਉੱਥੇ MSP ਤੈਅ ਨਹੀਂ ਹੈ, ਕਿਉਂਕਿ ਜਿਹੜੀ ਕਣਕ ਜਾਂ ਝੋਨਾ ਆਪਾਂ ਨੂੰ 1800 2000 ਰੇਟ ਮਿਲਣਾ ਚਾਹੀਦਾ, ਉਹ ਸਾਨੂੰ ਉੱਥੇ ਯੂਪੀ ਬਿਹਾਰ ਵਾਲਿਆਂ ਨੂੰ ਦੱਸਦੇ ਆ ਉਹ ਆ ਕੇ ਇੱਥੇ ਵੀ ਸਾਨੂੰ 900 1000 ਦੇ ਵਿੱਚ ਵੇਚਣਾ ਪੈਂਦਾ। ਉਹਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜਾ ਇਹ ਇੱਥੇ ਵੀ ਇਹੀ ਕਰਨਾ ਚਾਹੁੰਦੇ ਆ ਕਿ ਇੱਥੇ ਦੇ ਕਿਸਾਨ ਵੀ ਜਿਹੜੇ ਆ ਉਹੀ ਮਜ਼ਦੂਰਾਂ ਵਾਂਗੂ ਕੰਮ ਕਰਨ, ਮਜ਼ਦੂਰਾਂ ਵਾਂਗੂ ਰਹਿਣ ਤੇ ਵਪਾਰੀਆਂ ਨੂੰ ਫਾਇਦਾ ਹੋਵੇ, ਇਹੀ ਉਹਨਾਂ ਦੀ ਮਨਸਾ ਹੈ ਜੀ। ਅਡਾਨੀਆਂ ਬਾਨੀਆਂ ਨੂੰ ਫਾਇਦਾ ਹੋਵੇ ਤਾਂ ਅਸੀਂ ਲੋਕ ਉੱਥੇ ਦੇ ਉੱਥੇ ਹੀ ਰਹਿ ਜਾਈਏ। ਜੀ ਭਈਆ, ਤੁਸੀਂ ਤਾਂ ਕਿਸਾਨ ਨਹੀਂ ਹੋ ਲੇਕਿਨ ਕਿਸਾਨਾਂ ਦੇ ਨਾਲ ਹੋ। ਕਿਸਾਨਾਂ ਦੇ ਨਾਲ ਆ ਜੀ, ਅਸੀਂ ਤਾਂ ਕਿਸਾਨਾਂ ਦੇ ਨਾਲ ਆ ਅਸੀਂ ਤਾਂ ਜੀ। ਹਾਂਜੀ, ਅੱਛਾ, ਕਿਸਾਨਾਂ ਦੇ ਨਾਲ ਹੋ। ਕੀ ਲੱਗਦਾ ਹੈ ਕਿ ਜਿਹੜੇ ਉੱਥੇ ਕਿਸਾਨ ਬੈਠੇ ਉਹ ਅੱਤਵਾਦੀ ਨੇ? ਅੱਤਵਾਦੀ ਥੋੜੀ ਹੈਗੇ ਆ ਜੀ, ਸਾਡੇ ਕਿਸਾਨ ਆ, ਜਦੋਂ ਕਮਾਊਗਾ ਕਰੂਗੇ ਖੇਤੀ ਤਾਂ ਸਾਨੂੰ ਖਾਣ ਨੂੰ ਮਿਲਣਾ ਹੈ। ਹੋਰ ਬਸ ਨਹੀਂ। ਬਿਲਕੁਲ, ਕਿਸਾਨ ਬੀਜੇਗਾ ਨਹੀਂ ਤੇ ਇਹ ਲੋਕ ਰੋਟੀ ਕਿੱਥੋਂ ਖਾਣਗੇ, ਅਸੀਂ ਲੋਕ ਰੋਟੀ ਕਿੱਥੋਂ ਖਾਵਾਂਗੇ? ਤੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਕਹਿੰਦੇ ਨੇ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ, ਝੂਠੇ ਭਰਮ ਫੈਲਾਏ ਜਾ ਰਹੇ ਨੇ, ਜਾਂ ਹੋਰ ਜਿਹੜੀਆਂ ਚੀਜ਼ਾਂ ਕਹਿ ਰਹੇ ਨੇ ਉਹ ਬਹੁਤ ਜ਼ਿਆਦਾ ਗਲਤ ਨੇ। ਤੁਸੀਂ ਕੀ ਕਹਿੰਦੇ ਹੋ ਕਿ ਜਿਹੜੇ ਸਾਡੇ ਉੱਥੇ ਕਿਸਾਨ ਬੈਠੇ ਆ, ਜ਼ਮੀਨ ਸਾਡੀ, ਖੇਤ ਅਸੀਂ ਵਾਹੁੰਦੇ ਆ, ਇੰਨਾ ਕੰਮ ਅਸੀਂ ਕਰਦੇ ਆ, ਲੇਕਿਨ ਫਿਰ ਵੀ ਸਾਨੂੰ ਉਹ ਮੁੱਲ ਨਹੀਂ ਮਿਲਦਾ ਜਿਹੜਾ ਕਿ ਸਾਨੂੰ ਮੁੱਲ ਮਿਲਣਾ ਚਾਹੀਦਾ? ਨਹੀਂ ਮਿਲਦਾ ਮੁੱਲ ਜੀ। ਕਿਸਾਨ ਬਹੁਤ ਦੁਖੀ ਹੈ ਜੀ, ਪਰੇਸ਼ਾਨ ਹੋ ਕੇ ਉਹ ਦਿੱਲੀ ਨਹੀਂ ਡੇਰੇ ਲਾਏ ਆ ਜੀ। ਜਦ ਉਹਨੂੰ ਹੱਕ ਨਹੀਂ ਮਿਲਦਾ ਤਾਂ ਦਿੱਲੀ ਗਏ। ਨਹੀਂ ਇੱਦਾਂ ਠੰਡ ਦੇ ਵਿੱਚ ਗਰੀਬ ਆ, ਬੱਚੇ ਆ, ਹੈਂਡੀਕੈਪਟ ਆ, ਉਹਨਾਂ ਦਿਲ ਥੋੜ੍ਹਾ ਕਰਦਾ ਠੰਡ 'ਚ ਰਹਿਣ ਨੂੰ ਜੀ। 80-80 ਸਾਲ ਦੇ ਬਜ਼ੁਰਗ ਤੇ ਮਾਤਾ ਸਾਡੀਆਂ ਗਈਆਂ ਆ, ਆਪਣੇ ਹੱਕ ਲੈਣ ਗਈਆਂ। ਹੱਕ ਨਹੀਂ ਮਿਲਦਾ ਤਾਂ ਕਿਸਾਨ ਕੀ ਕਰਨ? ਕਿਸਾਨ ਦੁਖੀ ਆ, ਇਹ ਸਾਡੀਆਂ ਮੰਗਾਂ ਨਹੀਂ ਮੰਨ ਰਹੇ। ਮੈਂ ਵੀ ਕਿਸਾਨ ਆ ਜੀ, ਇਹ ਸਾਡੀਆਂ ਮੰਗਾਂ ਨਹੀਂ ਮੰਨ ਰਹੇ। ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਜੀ, ਔਰ ਆਉਣ ਵਾਲੇ ਸਮੇਂ 'ਚ ਨੁਕਸਾਨ ਹੋਏਗਾ ਜੀ ਗੌਰਮੈਂਟ ਦਾ। ਨਾਲ ਤੁਹਾਡੇ ਘਰੋਂ ਕੋਈ ਗਿਆ ਹੈ ਉੱਥੇ? ਨਹੀਂ, ਮੈਂ ਗਿਆ ਕੋਈ? ਨਹੀਂ, ਦਿੱਲੀ ਗਿਆ ਨਹੀਂ, ਮੈਂ ਇਕੱਲਾ ਹੀ ਹਾਂ ਇੱਥੇ। ਮੈਂ ਸਰਪੰਚ ਵੀ ਹਾਂ ਪਿੰਡ ਦਾ, ਪਿੰਡ ਚੂੜਪੁਰ ਤੋਂ ਸਰਪੰਚ ਹਾਂ ਜੀ। ਅੱਛਾ, ਮੈਂ ਥੋੜ੍ਹਾ ਜਿਹਾ ਪਿੰਡ ਦੇ ਕੰਮਾਂ ਕਾਰਾਂ ਕਰਕੇ ਨਹੀਂ ਜਾ ਸਕਿਆ, ਮੇਰਾ ਮਨ ਬਹੁਤ ਤੜਫਦਾ ਮੈਂ ਜਾਵਾਂ। ਹੁਣ ਅਸੀਂ ਨੈਕਸਟ ਟਾਈਮ ਸਾਡੇ ਪਿੰਡੋਂ 2 ਟਰਾਲੀਆਂ ਵੀ ਗਈਆਂ, ਹੁਣ ਅਸੀਂ ਗੱਡੀਆਂ ਜਾ ਰਹੇ ਹਾਂ ਜੀ 1-2 ਦਿਨ ਦੇ ਵਿੱਚ। ਅਸੀਂ ਸਾਡਾ ਮਨ ਬਹੁਤ ਤੜਫਦਾ ਵੀ ਅਸੀਂ ਵੀ ਜਾ ਕੇ ਹਾਜ਼ਰੀ ਲਵਾਈਏ। ਪਿੰਡ ਦੀ ਤੁਸੀਂ ਗੱਲ ਕੀਤੀ, ਪਿੰਡ ਦੇ ਸਰਪੰਚੋਂ ਕਿੰਨੇ ਕੁ ਲੋਕ ਉੱਥੋਂ ਗਏ ਨੇ ਦਿੱਲੀ? ਸਾਡੇ ਪਿੰਡੋਂ ਘੱਟੋ ਘੱਟ ਜੀ 2 ਟਰਾਲੀਆਂ ਜਾਈਆਂ ਜੀ, ਤੇ ਰਾਸ਼ਨ ਵੀ ਲੈ ਕੇ ਗਏ ਆ ਜੀ, ਮੁੰਡੇ ਵੀ ਗਏ ਆ ਜੀ, ਹਫ਼ਤਾ ਰਹਿ ਕੇ ਆਏ ਆ ਜੀ ਉਹ। ਅੱਛਾ, ਹਾਂਜੀ, ਤੇ ਹੁਣ ਫੇਰ ਦੁਬਾਰਾ ਜਾ ਰਹੇ ਆ ਜੀ। ਤੇ ਪਿਛਲੇ ਕੰਮ ਵੀ ਹੁੰਦੇ ਕੰਮ ਕਰਨ ਵਾਲੇ ਜ਼ਿਮੀਂਦਾਰਾਂ ਨੂੰ, ਤੇ ਉਹਨੇ ਉਹ ਵੀ ਕਰਨੇ ਆ। ਕਈ ਬੰਦਾ ਇਕੱਲਾ ਆ ਘਰੇ ਟਰੈਕਟਰ ਲੈ ਕੇ ਗਿਆ, ਉਹਨੇ ਆਪਣਾ ਪਿੱਛਾ ਵੀ ਦੇਖਣਾ ਜੀ। ਅੱਛਾ, ਕੱਲ ਇੱਕ ਐਲਾਨ ਕੀਤਾ ਹੈ ਮੋਦੀ ਨੇ ਕਿ ਜਿਹੜਾ ਗੰਨਾ ਆ, ਗੰਨੇ ਦੀ ਜਿਹੜੀ ਕੀਮਤ ਹੈ ਉਹ ਸਿੱਧਾ ਕਿਸਾਨਾਂ ਦੇ ਅਕਾਊਂਟ 'ਚ ਜਿਹੜੀ ਰਕਮ ਹੈ ਉਹ ਜਾਇਆ ਕਰੂਗੀ। ਕੀ ਇਹ ਫੈਸਲਾ ਸਹੀ ਲਿੱਤਾ ਮੋਦੀ ਨੇ? ਨਹੀਂ, ਵਧੀਆ ਜੀ, ਇਹ ਤਾਂ ਫਿਰ ਕਿਸਾਨਾਂ ਨੂੰ ਪੈਸਾ ਮਿਲਣਾ ਚਾਹੀਦਾ, ਜਾਣਾ ਚਾਹੀਦਾ ਜੀ। ਹਾਂਜੀ, ਠੀਕ ਹੈ। ਤੁਹਾਡਾ ਹੁਣ ਇਰਾਦਾ ਹੈ ਕਿ ਤੁਸੀਂ ਦਿੱਲੀ ਜਾਓਗੇ? ਜਾਣਾ, ਦਿੱਲੀ ਜਾਣਾ ਜੀ। ਅਸੀਂ ਤਾਂ ਡੀਕਦੇ ਆ, ਸਾਡਾ ਇੱਧਰ ਕੁਰਜੇ ਮੇਜ਼ਦਾਂ ਅਸੀਂ ਨਹੀਂ ਜਾ ਸਕੇ ਅਸੀਂ, ਪਰ ਅਸੀਂ 1-2 ਦਿਨ ਜਾ ਰਹੇ ਹਾਂ ਜੀ। ਪਿੰਡੋਂ ਸਾਡੇ ਹੋਰ ਜਥਾ ਜਾ ਰਿਹਾ ਜੀ, 2 ਵਾਰ ਤਾਂ 2 ਟਰਾਲੀਆਂ ਜਾ ਆਈਆਂ, ਹਫ਼ਤਾ ਰਹਿ ਕੇ ਆਏ ਆ, ਰਾਸ਼ਨ ਲੈ ਕੇ ਆਏ ਪਿੰਡੋਂ 24 ਸਾਲ ਦਾ, ਹੁਣ ਵੀ ਲੈ ਕੇ ਜਾਵਾਂਗੇ। ਹਾਂਜੀ, ਸੋ ਵੇਖਿਆ ਤੁਸੀਂ ਕਿ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਇਹ ਸਰਪੰਚ ਨੇ ਔਰ ਨਾਲ ਹੀ ਨਾਲ ਪਿੰਡੋਂ ਜਿਹੜੇ ਲੋਕ ਨੇ ਉਹ ਕਾਫੀ ਹਜੇ ਵੀ ਜਾ ਰਹੇ ਨੇ, ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਜਾ ਰਹੀਆਂ ਨੇ। ਸੋ ਬੜਾ ਵਧੀਆ ਲੱਗਿਆ ਕਿ ਜਦੋਂ ਅਚਾਨਕ ਸਾਨੂੰ ਕੋਈ ਚੀਜ਼ ਮਿਲ ਜੇ ਰਸਤੇ 'ਚ ਜਾਂਦੇ ਤਾਂ ਉਹ ਖਬਰ ਬਣ ਜੇ ਔਰ ਅਸੀਂ ਤੁਹਾਡੇ ਤੱਕ ਪਹੁੰਚਾਈਏ। ਉਹ ਬਹੁਤ ਵਧੀਆ ਚੀਜ਼ ਸਾਨੂੰ ਲੱਗਦੀ ਹੈ ਕਿ ਇੱਕਦਮ ਜਿਹੜੀ ਚੀਜ਼ ਸਾਡੇ ਸਾਹਮਣੇ ਆ ਜਾਏ ਔਰ ਨਾਲ ਹੀ ਨਾਲ ਅਸੀਂ ਉਹ ਚੀਜ਼ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਬੜਾ ਚੰਗਾ ਲੱਗਿਆ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਿ ਇੰਨਾ ਵੀ ਪਤਾ ਨਹੀਂ ਹੋਏਗਾ ਕਿ ਖੇਤੀ ਕਾਨੂੰਨ ਜਿਹੜੇ ਐਕਚੁਅਲ ਦੇ ਵਿੱਚ ਹੈ ਕੀ, ਲੇਕਿਨ ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਕਾਨੂੰਨ ਜਿਹੜੇ ਨੇ ਉਹ ਗਲਤ ਨੇ, ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਹੋਣੇ ਚਾਹੀਦੇ ਆ। ਤੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਸਹੀ ਬੈਠੇ ਨੇ, ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਆ ਉਹ ਕਿਸਾਨਾਂ ਦੇ ਨਾਲ ਹੋਣਾ ਚਾਹੀਦਾ ਹੈ, ਕਿਸਾਨਾਂ ਦੇ ਹੱਕ 'ਚ ਹੋਣਾ ਚਾਹੀਦਾ ਆ, ਤਾਂ ਕਿ ਸਮਾਂ ਜਿਹੜਾ ਆ ਉਹ ਚੇਂਜ ਹੋਵੇ ਔਰ ਗੱਲਾਂ ਜਿਹੜੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤੀਆਂ ਜਾਣ ਔਰ ਜਿਹੜੇ ਕਾਲੇ ਕਾਨੂੰਨ ਨੇ ਉਹ ਖਤਮ ਕੀਤੇ ਜਾਣ। ਸੋ ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਕੈਮਰਾਮੈਨ ਹਿੰਮਤ ਦੇ ਨਾਲ ਬਬੀਤਾ, ਦੈਨਿਕ ਸਵੇਰਾ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।